ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Dear students, in this video I am going to cover your topic, your chapter government budget of macroeconomics. So government budget ਪਾਸ ਕਦੋਂ ਹੁੰਦਾ? ਸਭ ਤੋਂ ਪਹਿਲਾ ਕੁਐਸਚਨ ਤਾਂ ਹੈ ਕਿ ਗਵਰਨਮੈਂਟ ਬਜਟ ਪਾਸ ਕਦੋਂ ਹੁੰਦਾ? ਗਵਰਨਮੈਂਟ ਬਜਟ ਇਜ਼ ਪਾਸਡ ਔਨ ਦਾ ਲਾਸਟ ਡੇਟ ਆਫ ਫੈਬਰੂਰੀ, ਲਾਸਟ ਵਰਕਿੰਗ ਡੇ ਆਫ ਫੈਬਰੂਰੀ। ਗਵਰਨਮੈਂਟ ਬਜਟ ਤੁਹਾਨੂੰ ਤੁਸੀਂ ਡੀਡੀ ਚੈਨਲ 'ਤੇ ਇਹਦਾ ਆਪਣੇ ਇੰਡੀਆ ਦੇ ਵਿੱਚ ਪ੍ਰਸਾਰਨ ਵੀ ਹੁੰਦਾ ਗਵਰਨਮੈਂਟ ਬਜਟ ਦਾ। ਲਾਸਟ ਡੇਟ ਆਫ ਫੈਬਰੂਰੀ, ਵਰਕਿੰਗ ਡੇ ਆਫ ਫੈਬਰੂਰੀ ਨੂੰ ਹੁੰਦਾ, ਅਤੇ ਲਾਸਟ ਵਰਕਿੰਗ ਡੇ ਆਫ ਫੈਬਰੂਰੀ ਇਟ ਕੁਡ ਬੀ 28 ਫੈਬ ਆਲਸੋ। ਜੇ ਲੀਪ ਈਅਰ ਹੈ 29 ਫੈਬ ਵੀ ਹੋ ਸਕਦੀ ਹੈ, ਸ਼ਾਇਦ 29 ਫੈਬ ਨੂੰ ਜੇ ਸੰਡੇ ਹੈ ਤਾਂ ਫਿਰ 28 ਫੈਬ ਨੂੰ, ਜਾਂ ਜੇ 28 ਫੈਬ ਨੂੰ ਸੰਡੇ ਹੈ ਤਾਂ 27 ਫੈਬ ਨੂੰ। ਲਾਸਟ ਵਰਕਿੰਗ ਡੇ ਆਫ ਫੈਬਰੂਰੀ ਮੰਥ ਨੂੰ ਗਵਰਨਮੈਂਟ ਬਜਟ ਪਾਸ ਹੁੰਦਾ। ਹੁਣ ਗਵਰਨਮੈਂਟ ਬਜਟ ਦੇ ਓਬਜੈਕਟਿਵਸ ਕੀ ਨੇ? ਸੋ ਆਈ ਐਮ ਗੋਇੰਗ ਟੂ ਕਵਰ ਦ ਓਬਜੈਕਟਿਵਸ ਆਫ ਗਵਰਨਮੈਂਟ ਬਜਟ। ਐਗਜ਼ਾਮ ਦੇ ਵਿੱਚ ਬੇਸਿਕਲੀ ਲਾਸਟ 10 ਈਅਰ ਦਾ ਟਰੈਂਡ ਦੇਖੀਏ ਤਾਂ ਲਾਸਟ 10 ਈਅਰ ਦੇ ਵਿੱਚ ਓਬਜੈਕਟਿਵਸ ਆਫ ਗਵਰਨਮੈਂਟ ਬਜਟ ਵਾਲਾ ਕੁਐਸਚਨ ਡਾਇਰੈਕਟਲੀ ਨਹੀਂ ਆਇਆ। ਮੀਨਸ ਇਹਦੇ ਪੁਆਇੰਟਸ ਵਿੱਚੋਂ ਦੀ ਤੁਹਾਨੂੰ ਪੁੱਛ ਲੈਣਗੇ ਕਿ ਇੱਕ ਪੁਆਇੰਟ ਦੇ ਦੇਣਗੇ ਐਂਡ ਤੁਹਾਨੂੰ ਉਹਨੂੰ ਐਕਸਪਲੇਨ ਕਰਨਾ ਪਏਗਾ। ਸਭ ਤੋਂ ਪਹਿਲਾ ਓਬਜੈਕਟਿਵ ਆਫ ਗਵਰਨਮੈਂਟ ਬਜਟ ਕਰਨ ਲੱਗਿਆ। ਚੈਪਟਰ ਗਵਰਨਮੈਂਟ ਬਜਟ ਹੈ ਅਤੇ ਅਸੀਂ ਇਹਦੇ ਸਭ ਤੋਂ ਪਹਿਲਾਂ ਅੱਜ ਅਸੀਂ ਓਬਜੈਕਟਿਵ ਆਫ ਗਵਰਨਮੈਂਟ ਬਜਟ ਕਰ ਰਹੇ ਹਾਂ। ਗਵਰਨਮੈਂਟ ਬਜਟ ਦਾ ਸਭ ਤੋਂ ਪਹਿਲਾ ਓਬਜੈਕਟਿਵ ਹੈ ਸਾਡਾ ਰੀਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਰੀਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਹੁਣ ਜੇ ਤੁਹਾਨੂੰ ਪੇਪਰ ਦੇ ਵਿੱਚ ਇਹਨੂੰ ਐਕਸਪਲੇਨ ਕਰਨਾ ਆ ਜਾਏ ਕਿਵੇਂ, ਪਹਿਲਾਂ ਜੇ ਤੁਸੀਂ ਸਮਝਿਆ ਹੋਏਗਾ ਤੁਹਾਨੂੰ ਬਹੁਤ ਈਜ਼ੀਲੀ ਐਕਸਪਲੇਨ ਕਰ ਸਕਦੇ ਹੋ। ਸਭ ਤੋਂ ਪਹਿਲਾ ਆਬਜੈਕਟਿਵ ਰੀਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਦੇਖੋ ਗਵਰਨਮੈਂਟ ਟੈਕਸ ਲਗਾਉਂਦੀ ਹੈ, ਠੀਕ ਹੈ ਜੀ। ਹੁਣ ਬੇਸਿਕਲੀ ਦੇਖੋ ਤਾਂ ਕਿ ਇੱਕ ਦੇਸ਼ ਦੇ ਵਿੱਚ ਕੁਛ ਹੀ ਲੋਕਾਂ ਦੇ ਕੋਲ ਪੈਸਾ ਨਾ ਸੀਮਿਤ ਰਹਿ ਜਾਏ, ਸਰਕਾਰ ਕੀ ਕਰਦੀ ਹੈ, ਅਮੀਰ ਲੋਕਾਂ ਉੱਤੇ ਟੈਕਸ ਲਗਾ ਦਿੰਦੀ ਹੈ ਅਤੇ ਜੋ ਸਰਕਾਰ ਨੂੰ ਕਮਾਈ ਹੁੰਦੀ ਹੈ ਅਮੀਰ ਲੋਕਾਂ ਤੋਂ ਉਹ ਗਰੀਬਾਂ ਦੇ ਵਿੱਚ ਸਬਸਿਡੀ ਦੇ ਤੌਰ 'ਤੇ ਵੰਡ ਦਿੰਦੀ ਹੈ। ਮੀਨਸ ਉਹ ਰੀਡਿਸਟਰੀਬਿਊਟ ਕਰ ਰਹੀ ਹੈ ਇਨਕਮ ਅਤੇ ਵੈਲਥ ਨੂੰ। ਮੀਨਸ ਅੰਬਾਨੀਜ਼ ਅਡਾਨੀਜ਼ ਇਹ ਟੈਕਸ ਪੇ ਕਰਦੇ ਆ, ਇਹਨਾਂ ਦਾ ਟੈਕਸ ਜਿਹੜਾ ਜਾਂਦਾ ਮੀਨਸ ਗਰੀਬਾਂ 'ਚ ਵੰਡਿਆ ਜਾਂਦਾ ਇਨ ਦਾ ਵੇ ਆਫ ਸਬਸਿਡੀਜ਼। ਮੀਨਸ ਇਹਦੇ ਨਾਲ ਰੀਡਿਸਟਰੀਬਿਊਟ ਕਰ ਰਹੀ ਕਿ ਸਰਕਾਰ ਚਾਹੁੰਦੀ ਹੈ ਕਿ ਅਮੀਰ ਅਤੇ ਗਰੀਬ ਦੇ ਵਿੱਚ ਗੈਪ ਨਾ ਰਹੇ, ਤਾਂ ਇਸੇ ਲਈ ਅਮੀਰਾਂ ਦੇ ਉੱਤੇ ਟੈਕਸ ਲਗਾ ਕੇ ਗਰੀਬਾਂ 'ਚ ਵੰਡ ਦਿਓ। ਹੁਣ ਜੇ ਇਹਨੂੰ ਪੇਪਰ ਦੇ ਵਿੱਚ ਲਿਖਣਾ ਹੋਏਗਾ ਤਾਂ ਤੁਸੀਂ ਕਿਹੜੀਆਂ 2-3 ਲਾਈਨਾਂ ਲਿਖਣੀਆਂ ਧਿਆਨ ਨਾਲ ਦੇਖਣਾ। ਸੋ equitable distribution of income and wealth is the sign of social justice, which is the principal objective of any welfare state in India. Distribution of income and wealth is improved in the two ways. याद रखना आह चीज़ सब तो इम्पॉर्टेंट है। Distribution of income and wealth is improved in two ways: by imposes tax on rich and giving subsidies to the poor, by supplying food grains to BPL population below poverty line। ਮੀਨਸ ਸਰਕਾਰ ਕੀ ਕਰਦੀ ਹੈ, ਤੁਸੀਂ ਇਹਦੇ ਵਿੱਚ ਜੇ ਪੇਪਰ 'ਚ ਲਿਖਣਾ ਹੋ ਜਾਏ ਤਾਂ ਤੁਸੀਂ ਕਿੱਦਾਂ ਲਿਖੋਗੇ? ਮੀਨਸ ਅਮੀਰ ਅਤੇ ਗਰੀਬ ਦੇ ਵਿੱਚ ਗੈਪ ਇੰਨਾ ਜ਼ਿਆਦਾ ਨਾ ਰਹੇ, ਉਸ ਦੇ ਲਈ ਸਰਕਾਰ ਦਾ ਗਵਰਨਮੈਂਟ ਬਜਟ ਦਾ ਓਬਜੈਕਟਿਵ ਹੈ ਕਿ ਇਨਕਮ ਨੂੰ ਰੀਡਿਸਟਰੀਬਿਊਟ ਕਰਿਆ ਜਾਏ। ਮੀਨਸ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਰੀਡਿਸਟਰੀਬਿਊਸ਼ਨ ਕਰੀ ਜਾਏ। ਅਮੀਰਾਂ 'ਤੇ ਜ਼ਿਆਦਾ ਟੈਕਸ ਲਗਾ ਦਿਓ, ਗਰੀਬਾਂ ਨੂੰ ਸਬਸਿਡੀ ਦੇ ਦਿਓ। ਪਹਿਲਾ ਤਰੀਕਾ ਰੀਡਿਸਟਰੀਬਿਊਸ਼ਨ ਕਰਨ ਦਾ। ਦੂਸਰਾ ਤਰੀਕਾ ਕੀ ਹੈ, ਜਿਹੜੀ ਬਿਲੋ ਦਾ ਪੋਵਰਟੀ ਲਾਈਨ ਪਾਪੂਲੇਸ਼ਨ ਹੈ ਉਹਨੂੰ ਕੀ ਕਰ ਦਿਓ, ਬਿਲੋ ਦਾ ਸਪਲਾਈ ਕਰ ਦਿਓ ਫੂਡ ਗ੍ਰੇਨਸ ਐਟ ਲੋ ਪ੍ਰਾਈਸ। ਸੋ ਪਹਿਲਾ ਤਰੀਕਾ ਹੋ ਗਿਆ ਰੀਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਅਗਲਾ ਪੁਆਇੰਟ ਹੋ ਗਿਆ ਸਾਡੇ ਕੋਲ ਐਲੋਕੇਸ਼ਨ ਆਫ ਰਿਸੋਰਸਿਸ। ਐਲੋਕੇਸ਼ਨ ਆਫ ਰਿਸੋਰਸਿਸ। ਸੋ ਇਹ ਪੁਆਇੰਟ ਬੜਾ ਇੰਟਰਸਟਿੰਗ ਹੈ। ਆਪਾਂ ਲੋਕ ਕਿੱਥੇ ਰਿਸੋਰਸਿਸ ਐਲੋਕੇਟ ਕਰਨਾ ਚਾਹੁੰਦੇ ਹਾਂ? ਮੀਨਸ ਜਿੱਥੇ ਸਾਨੂੰ ਫਾਇਦਾ ਜ਼ਿਆਦਾ ਹੋਇਆ ਅਸੀਂ ਉੱਥੇ ਹੀ ਰਿਸੋਰਸਿਸ ਐਲੋਕੇਟ ਕਰਾਂਗੇ। ਮੀਨਸ ਸਾਨੂੰ ਹੁਣ ਦੇਖੋ ਤੁਹਾਡੇ ਕੋਲ 2 ਆਪਸ਼ਨ ਹੈ, ਸ਼ਰਾਬ ਦੀ ਫੈਕਟਰੀ ਖੋਲ੍ਹਣਾ ਅਤੇ ਦੁੱਧ ਦਾ ਕੰਮ ਕਰਨਾ। ਮੀਨਸ ਅੱਜ ਸ਼ਰਾਬ ਦੀ ਫੈਕਟਰੀ 'ਚ ਪੈਸਾ ਬਹੁਤ ਹੈ। ਮੀਨਸ ਸ਼ਰਾਬ ਦੀ ਫੈਕਟਰੀ ਦੇ ਵਿੱਚ ਕਮਾਈਆਂ ਬਹੁਤ ਨੇ। ਮੀਨਸ ਸਾਰੇ ਲੋਕ ਫਿਰ ਤਾਂ ਦੁੱਧ ਵਾਲਾ ਕੋਈ ਕੰਮ ਹੀ ਨਹੀਂ ਕਰੇਗਾ, ਸਾਰੇ ਸ਼ਰਾਬ ਦਾ ਕੰਮ ਕਰਨਾ ਸ਼ੁਰੂ ਕਰ ਦੇਣਗੇ। ਐਲੋਕੇਸ਼ਨ ਆਫ ਰਿਸੋਰਸਿਸ ਸਰਕਾਰ ਕੀ ਕਰਦੀ ਹੈ, ਸ਼ਰਾਬ ਦੀ ਫੈਕਟਰੀ ਖੋਲ੍ਹਣ ਲਈ ਬੜੀ ਸਾਰੀ ਕੰਪਲੀਕੇਸ਼ਨਸ ਕ੍ਰੀਏਟ ਕਰੀ ਬੈਠੀ ਹੈ ਗਵਰਨਮੈਂਟ ਬਜਟ ਦੇ ਥਰੂ।
ਮੀਨਸ ਟੈਕਸਿਸ ਲਗਾਤੇ ਸ਼ਰਾਬ ਦੀ ਫੈਕਟਰੀ ਖੋਲ੍ਹਣ ਦੇ ਲਈ, ਬਹੁਤ ਕੁਝ ਕਰਤਾ। ਮੀਨਸ ਐਲੋਕੇਸ਼ਨ ਰਿਸੋਰਸਿਸ ਕਰੀ ਕਿ ਐਲੋਕੇਸ਼ਨ ਨਹੀਂ ਤਾਂ ਆਪਾਂ ਰਿਸੋਰਸਿਸ ਸਾਰੇ ਲੋਕ ਕਿੱਥੇ, ਸਾਰੇ ਦੇਸ਼ ਦੇ ਰਿਸੋਰਸਿਸ ਚਲੇ ਕਿੱਥੇ ਜਾਣਗੇ? ਹਰ ਕੋਈ ਸ਼ਰਾਬ ਦੀ ਫੈਕਟਰੀ ਖੋਲ੍ਹਣੀ ਸ਼ੁਰੂ ਕਰ ਦੂਗਾ, ਦੁੱਧ ਦਾ ਕੋਈ ਕੰਮ ਨਹੀਂ ਕਰੇਗਾ। ਸੋ ਸਰਕਾਰ ਆਪਣੇ ਬਜਟ ਦੇ ਥਰੂ ਇੱਦਾਂ ਦੀ ਪੋਲਿਸੀਜ਼ ਬਣਾਉਂਦੀ ਹੈ ਕਿ ਸੋਸ਼ਲ ਜਸਟਿਸ, ਜਿਹੜੇ ਸੋਸ਼ਲੀ ਯੂਜ਼ਫੁਲ ਗੁੱਡਸ ਨੇ ਜਿੱਦਾਂ ਮਿਲਕ ਵਗੈਰਾ, ਇਹਨਾਂ ਨੂੰ ਲੋਕੀ ਪ੍ਰੇਰਿਤ ਹੋਣ। ਇਹ ਵਾਲਾ ਕੰਮ ਸਬਸਿਡੀ ਦਿੰਦੀ ਹੈ ਸਰਕਾਰ ਇਹਨਾਂ ਕੰਮਾਂ ਦੇ ਵਿੱਚ। ਹੁਣ ਇਹਦੇ ਵਿੱਚ ਜੇ ਪੇਪਰ ਆ ਗਿਆ, ਤੁਸੀਂ ਲਿਖੋਗੇ ਪੇਪਰ 'ਚ ਪੁਆਇੰਟ ਆ ਗਿਆ ਐਲੋਕੇਸ਼ਨ ਆਫ ਰਿਸੋਰਸਿਸ, ਤਾਂ ਕੀ ਲਿਖੋਗੇ? The objective of government budget is to allocate resources in such a manner that there is a balance between profit maximization and social welfare. Means ਨਹੀਂ ਤਾਂ ਆਪਾਂ ਜੇ ਆਪਾਂ ਨੇ ਪੈਸਾ ਲਗਾਉਣਾ ਹੋਏ ਨਾ ਤਾਂ ਆਪਾਂ ਕੀ ਸੋਚਾਂਗੇ? ਆਪਾਂ ਸੋਚਾਂਗੇ ਜਿੱਥੇ ਸਾਨੂੰ ਫਾਇਦਾ, ਸ਼ਰਾਬ ਦੀ ਫੈਕਟਰੀ 'ਚ ਫਾਇਦਾ ਜ਼ਿਆਦਾ, ਆਪਾਂ ਉੱਥੇ ਹੀ ਪੈਸਾ ਲਗਾ ਦਿੰਦੇ ਹਾਂ। ਪਰ ਸਰਕਾਰ ਇਹੋ ਜਿਹੀ ਨੀਤੀ ਲੈ ਕੇ ਆਉਂਦੀ ਹੈ ਕਿ ਲੋਕ ਦੁੱਧ ਵੱਲ ਵੀ, ਦੁੱਧ ਦੀ ਕੰਮ ਕਰਨ ਲਈ ਵੀ, ਮੀਨਸ ਬਾਕੀ ਸੋਸ਼ਲੀ ਯੂਜ਼ਫੁਲ ਗੁੱਡਸ ਦੇ ਵੱਲ ਵੀ ਪ੍ਰੇਰਿਤ ਹੋਣ, ਉਹਦੀ ਵੀ ਫੈਕਟਰੀਆਂ ਖੋਲ੍ਹਣ। ਸੋ ਸਰਕਾਰ ਦਾ ਮੇਨ ਮਕਸਦ ਕੀ ਹੈ ਗਵਰਨਮੈਂਟ ਬਜਟ ਦੇ ਵਿੱਚ? ਟੂ ਐਲੋਕੇਟ ਰਿਸੋਰਸਿਸ ਇਨ ਸੱਚ ਅ ਮੈਨਰ ਦੈਟ ਦੇਅਰ ਇਜ਼ ਦ ਬੈਲੈਂਸ ਬਿਟਵੀਨ ਪ੍ਰੋਫਿਟ ਮੈਕਸੀਮਾਈਜੇਸ਼ਨ ਐਂਡ ਸੋਸ਼ਲ ਵੈਲਫੇਅਰ। ਨਹੀਂ ਤਾਂ ਅਸੀਂ ਨਾਰਮਲੀ ਸੋਚਦੇ ਕੀ ਹਾਂ? ਅਸੀਂ ਸਿਰਫ ਪ੍ਰੋਫਿਟ ਮੈਕਸੀਮਾਈਜੇਸ਼ਨ ਨੂੰ ਸੋਚਾਂਗੇ। ਸੋ ਸਰਕਾਰ ਆਪਣੇ ਬਜਟ ਦੇ ਰਾਹੀਂ ਪ੍ਰੋਫਿਟ ਮੈਕਸੀਮਾਈਜੇਸ਼ਨ ਤੇ ਸੋਸ਼ਲ ਵੈਲਫੇਅਰ ਦੇ ਵਿੱਚ ਇੱਕ ਲੈਵਰੇਜ ਕ੍ਰੀਏਟ ਕਰ ਰਹੀ ਹੈ। ਅਗਲਾ ਪੁਆਇੰਟ ਹੈ ਗਵਰਨਮੈਂਟ ਬਜਟ ਦਾ GDP ਗਰੋਥ। ਆਬਜੈਕਟਿਵ ਹੈ ਗਵਰਨਮੈਂਟ ਬਜਟ ਦਾ GDP ਦੀ ਗਰੋਥ ਕਰਨਾ। ਤਾਂ ਮੀਨਸ ਹੁਣ ਤੁਹਾਨੂੰ ਪਤਾ ਕਿ ਇੰਡੀਆ ਆਪਣੀ GDP ਨੂੰ ਵਧਾਉਣਾ ਚਾਹੁੰਦਾ ਹੈ। ਮੀਨਸ ਇੰਡੀਆ ਦੀ GDP ਮੀਨਸ ਕਿੰਨੇ ਪਰਸੈਂਟ ਨਾਲ ਵੱਧ ਰਹੀ ਹੈ? ਮੀਨਸ ਮੈਕਸ 7% ਨਾਲ ਵਧੀ, ਅਤੇ ਮੀਨਸ ਉਹ ਵੀ 2007 ਦੇ ਵਿੱਚ। ਹੁਣ ਐਟ ਪ੍ਰੈਜ਼ੈਂਟ ਕਿੰਨੀ ਵੱਧ ਰਹੀ ਹੈ ਇਸ ਸਾਲ? ਮੀਨਸ ਇਹ ਕੋਵਿਡ ਵਾਲਾ ਈਅਰ ਤਾਂ ਬਹੁਤ ਭਿਅੰਕਰ ਈਅਰ ਹੈ। ਇਸ ਸਾਲ ਸਾਡੀ GDP 2 ਤੋਂ 3% ਨਾਲ ਵੱਧ ਰਹੀ ਹੈ। ਹਰ ਸਰਕਾਰ ਦਾ ਮਕਸਦ ਹੈ GDP ਨੂੰ ਗਰੋ ਕਰੇ ਗਵਰਨਮੈਂਟ ਬਜਟ ਦੇ ਨਾਲ। ਹੁਣ ਸਰਕਾਰ ਨੇ ਇਸ ਸਾਲ 2020 ਈਅਰ ਦੇ ਵਿੱਚ, 2019-20 to 2020 ਈਅਰ ਦੇ ਵਿੱਚ ਇੱਕ ਪੋਲਿਸੀ ਲਿਆਂਦੀ, ਅਮਲਗਮੇਸ਼ਨ ਆਫ ਬੈਂਕਸ। ਬੜੇ ਸਾਰੇ ਮੀਨਸ ਜਿੱਦਾਂ ਬੈਂਕਸ ਅਮਲਗਮੇਟ ਕਰਤੇ। ਬੇਸਿਕਲੀ ਇਹਦਾ ਮੋਟਿਵ ਕੀ ਸੀਗਾ? ਸਾਡੀ ਜਿਹੜੀ GDP $3 ਟ੍ਰਿਲੀਅਨ ਤੇ ਖੜੀ ਹੈ, ਇਹਨੂੰ ਕਿੰਦੇ ਵੱਲ ਕਨਵਰਟ ਕਰਿਆ ਜਾਏ? $5 ਟ੍ਰਿਲੀਅਨ ਦੇ ਟਾਰਗੇਟ ਵੱਲ ਸੀਗਾ। ਮੀਨਸ ਟਾਰਗੇਟ ਕੀ ਸੀਗਾ? ਸਾਰੇ ਬੈਂਕ ਇਕੱਠੇ ਕਰਤੇ। ਮੀਨਸ ਤੁਸੀਂ ਸੋਚਿਆ ਹੋਏਗਾ ਜਿਨ੍ਹਾਂ ਦਾ, ਕਈਆਂ ਦਾ ਪਹਿਲਾਂ ਇਲਾਹਾਬਾਦ ਬੈਂਕ 'ਚ ਅਕਾਊਂਟ ਹੋਏਗਾ, ਹੁਣ ਤੁਹਾਨੂੰ ਪਤਾ ਹੋਏਗਾ ਕਿ ਇਲਾਹਾਬਾਦ ਬੈਂਕ ਖਤਮ ਹੋ ਗਿਆ, ਮਰਜ ਹੋ ਗਿਆ। ਕਿੰਦੇ 'ਚ ਮਰਜ ਹੋ ਗਿਆ? ਜਾ ਕੇ ਯੂਨੀਅਨ ਬੈਂਕ ਆਫ ਇੰਡੀਆ 'ਚ। ਬੜੇ ਸਾਰੇ ਬੈਂਕਸ ਮਰਜ ਕਰ ਗਏ ਅਤੇ ਹੁਣ ਸਾਡੇ ਦੇਸ਼ 'ਚ ਬੇਸਿਕਲੀ 5 ਪਬਲਿਕ ਸੈਕਟਰ ਬੈਂਕਸ ਨੇ, ਮੇਜਰ 5 ਪਬਲਿਕ ਸੈਕਟਰ ਬੈਂਕਸ ਰਹਿ ਗਏ ਨੇ। ਇਸ ਲਈ ਕਰੇ ਤਾਂ ਕਿ ਜਿਹੜਾ ਸਾਡਾ ਟਾਰਗੇਟ ਆ ਗਵਰਨਮੈਂਟ ਬਜਟ ਦਾ ਇਸ ਸਾਲ, ਜਿਹੜਾ ਇਸ ਵਾਲੀ ਗਵਰਨਮੈਂਟ ਦਾ, ਕਿ $3 ਟ੍ਰਿਲੀਅਨ ਇਕੋਨਮੀ ਨੂੰ, ਇੰਡੀਅਨ ਜਿਹੜੀ ਇਕੋਨਮੀ ਹੈ $3 ਟ੍ਰਿਲੀਅਨ ਤੇ ਹੈ, ਇਹਨੂੰ $5 ਟ੍ਰਿਲੀਅਨ ਵੱਲ ਲੈ ਕੇ ਜਾਇਆ ਜਾਏ। GDP ਗਰੋਥ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਕਿੱਦਾਂ ਲਿਖੋਗੇ? GDP growth is the central objective of government policy. It is induced in two ways: by making public investment expenditure, by inducing private investment expenditure. Means GDP ਦੀ growth ਸਰਕਾਰ ਬਜਟ ਦੇ ਵਿੱਚ ਇਹ ਸਭ ਕਰਦੀ ਹੈ। ਦੋ ਚੀਜ਼ਾਂ ਦੇ ਨਾਲ ਸਰਕਾਰ GDP growth ਕਰਦੀ ਹੈ। ਮੀਨਸ ਤੁਸੀਂ ਇਹਨੂੰ ਲਿਖਣਾ ਕਿੱਦਾਂ? It is achieved in two ways. GDP growth through government budget is achieved in through two ways: by making ਪਬਲਿਕ ਇਨਵੈਸਟਮੈਂਟ ਐਕਸਪੈਂਡੀਚਰ। ਸਰਕਾਰ ਜਿਹੜੀ ਇਨਵੈਸਟਮੈਂਟ ਕਰਦੀ ਉਹਨੂੰ ਪਬਲਿਕ ਇਨਵੈਸਟਮੈਂਟ ਐਕਸਪੈਂਡੀਚਰ ਕਹਿੰਦੇ ਆ। ਸਰਕਾਰ ਇਨਵੈਸਟਮੈਂਟ ਕਿੱਦਾਂ ਕਰਦੀ? ਕੋਈ ਮੈਟਰੋ ਸਟੇਸ਼ਨ ਖੋਲ੍ਹਤਾ, ਦਿਸ ਇਜ਼ ਪਬਲਿਕ ਇਨਵੈਸਟਮੈਂਟ ਐਕਸਪੈਂਡੀਚਰ। ਜਾਂ ਫਿਰ ਪ੍ਰਾਈਵੇਟ ਲੋਕਾਂ ਨੂੰ ਇੰਡਿਊਸ ਕਰੇ, ਮੋਟੀਵੇਟ ਕਰੇ ਇਨਵੈਸਟਮੈਂਟਸ ਕਰਨ ਦੇ ਲਈ। GDP ਗਰੋਥ ਸਰਕਾਰ ਕਿੱਦਾਂ ਕਰਦੀ ਹੈ? ਦੋ ਤਰੀਕੇ ਦੇ ਨਾਲ ਕਰਦੀ ਹੈ। ਗਵਰਨਮੈਂਟ ਬਜਟ ਦਾ ਆਬਜੈਕਟਿਵ GDP ਦੀ ਗਰੋਥ ਹੈ, ਅਤੇ ਸਰਕਾਰ ਗਵਰਨਮੈਂਟ ਬਜਟ ਦੇ ਵਿੱਚ ਦੋ ਚੀਜ਼ਾਂ ਕਰਦੀ ਹੈ: ਜਾਂ ਤਾਂ ਆਪਣਾ ਇਨਵੈਸਟਮੈਂਟ ਐਕਸਪੈਂਡੀਚਰ ਵਧਾ ਦਿੰਦੀ ਸਰਕਾਰ, ਜਾਂ ਫਿਰ ਪ੍ਰਾਈਵੇਟ ਲੋਕਾਂ ਨੂੰ ਇੰਡਿਊਸ ਕਰਦੀ ਹੈ ਕਿ ਉਹ ਇਨਵੈਸਟ ਕਰਨ। ਜਿੱਦਾਂ ਫਾਰਮਰ ਆਰਡੀਨੈਂਸ ਬਿੱਲ ਪ੍ਰਾਈਵੇਟ ਲੋਕਾਂ ਨੂੰ ਇੰਡਿਊਸ ਕਰ ਰਿਹਾ ਕਿ ਉਹ ਇਨਵੈਸਟ ਕਰਨ, ਵੇਅਰ ਹਾਊਸਿਸ ਦੇ ਵਿੱਚ ਇਨਵੈਸਟ ਕਰਨ। ਮੀਨਸ ਇਹ GDP ਗਰੋਥ ਦਾ ਹੀ ਆਬਜੈਕਟਿਵ ਹੈ। ਜਿਹੜਾ ਫਾਰਮਰ ਆਰਡੀਨੈਂਸ ਬਿੱਲ 2020 ਆਇਆ, 2020 ਬਿੱਲ ਕੀ ਕਰ ਰਿਹਾ? ਪ੍ਰਾਈਵੇਟ ਲੋਕਾਂ ਨੂੰ ਕਹਿ ਰਿਹਾ, ਰਿਲਾਇੰਸ ਵਰਗਿਆਂ ਨੂੰ, ਕਿ ਹਾਂ ਉਹ ਇੰਡਿਊਸ ਹੋਣ ਵੇਅਰ ਹਾਊਸਿੰਗ ਵਾਲੇ ਪਾਸੇ, ਐਗਰੀਕਲਚਰਲ ਲਾਈਨ ਦੇ ਵਿੱਚ ਵੜਨ ਦੇ ਲਈ ਉਹ ਇੰਡਿਊਸ ਹੋ ਜਾਣ। ਮੀਨਸ ਬੇਸਿਕਲੀ ਉਹਦੇ ਨਾਲ GDP ਗਰੋਥ ਹੀ ਹੋਏਗੀ। GDP ਗਰੋਥ ਦੋ ਤਰੀਕੇ ਨਾਲ ਹੋ ਸਕਦੀ ਹੈ: ਪਬਲਿਕ ਇਨਵੈਸਟਮੈਂਟ ਐਕਸਪੈਂਡੀਚਰ ਸਰਕਾਰ ਵਧਾ ਲਵੇ, ਜਾਂ ਫਿਰ ਪ੍ਰਾਈਵੇਟ ਇਨਵੈਸਟਮੈਂਟਸ ਨੂੰ ਇੰਡਿਊਸ ਕਰੇ। ਤੁਸੀਂ ਪੇਪਰ 'ਚ ਕੀ ਲਿਖਣਾ? ਥਰੂ ਗਵਰਨਮੈਂਟ ਬਜਟ government tends to increase the GDP growth by two ways: by making public investment expenditure, second point by inducing private investments. ਹੁਣ ਸਾਡਾ 3 ਗਵਰਨਮੈਂਟ ਆਬਜੈਕਟਿਵਸ ਹੋ ਗਏ ਨੇ।
अगला गवर्नमेंट ऑब्जेक्टिव है बैलेंस्ड रीजनल ग्रोथ। अगला गवर्नमेंट ऑब्जेक्टिव है बैलेंस्ड रीजनल ग्रोथ। बैलेंस्ड ਰੀਜਨਲ ਗਰੋਥ ਦਾ ਮਤਲਬ ਹੈ ਕਿ ਦੇਖੋ ਸਾਡੇ ਦੇਸ਼ ਦੇ ਵਿੱਚ ਬੈਲੈਂਸ ਹੈਗਾ ਗਰੋਥ ਦਾ ਰੀਜਨ ਦੇ ਵਿੱਚ ਨਹੀਂ। ਪੰਜਾਬ ਡੈਵਲਪ, ਬਿਹਾਰ ਡੈਵਲਪ ਨਹੀਂ, यूपी ਡੈਵਲਪ ਨਹੀਂ, ਦਿੱਲੀ ਬਹੁਤ ਡੈਵਲਪ, ਪੰਜਾਬ ਬਹੁਤ ਡੈਵਲਪ, ਮੀਨਸ ਗਰੋਥ ਤਾਂ ਹੈਗੀ ਹੈ ਪਰ ਬੈਲੈਂਸ ਨਹੀਂ ਹੈ। ਸੋ ਸਰਕਾਰ ਕੀ ਕਰਦੀ ਹੈ ਬੇਸਿਕਲੀ ਗਵਰਨਮੈਂਟ ਬਜਟ ਦੇ ਥਰੂ ਬੈਲੈਂਸ ਕ੍ਰੀਏਟ ਕਰਨ ਦਾ ਕੋਸ਼ਿਸ਼ ਕਰਦੀ ਕਿ ਸਾਰੇ ਪਾਸੇ ਗਰੋਥ ਪਹੁੰਚੇ। ਮੀਨਸ ਜਿੱਦਾਂ ਹਿਮਾਚਲ ਦੇ ਵਿੱਚ ਜੇ ਤੁਸੀਂ ਫੈਕਟਰੀ ਖੋਲ੍ਹਣੀ ਹੈ ਤਾਂ ਤੁਹਾਨੂੰ ਸਬਸਿਡੀ ਮਿਲੇਗੀ, ਪਾਵਰ ਸਪਲਾਈ ਦੇ ਵਿੱਚ ਸਬਸਿਡੀ ਮਿਲੇਗੀ, ਟੈਕਸਿਸ ਦੇ ਵਿੱਚ ਸਬਸਿਡੀ ਮਿਲੇਗੀ। ਸਰਕਾਰ ਕੀ ਕਰ ਰਹੀ ਹੈ ਇੱਕ ਰੀਜਨਲ ਗਰੋਥ ਨੂੰ ਬੈਲੈਂਸ ਕਰ ਰਹੀ ਹੈ। ਸੋ ਸਰਕਾਰ ਜਿਸ ਹੁਣ ਇਹਦੇ ਵਿੱਚ ਲਿਖਣਾ ਕੀ ਹੈ, ਸੋ ਸਰਕਾਰ ਆਪਣੇ ਕੀ ਕਹਿੰਦੇ ਗਵਰਨਮੈਂਟ ਬਜਟ ਦੇ ਥਰੂ ਬੈਲੈਂਸਡ ਰੀਜਨਲ ਗਰੋਥ ਕਰਦੀ ਹੈ ਬਾਏ ਐਸਟੈਬਲਿਸ਼ਿੰਗ ਸਪੈਸ਼ਲ ਇਕਨੋਮਿਕ ਜ਼ੋਨਸ। ਜਿਹੜੇ ਸਰਕਾਰ ਨੂੰ ਲੱਗਦਾ ਹੈ ਨਾ ਕਿ ਹਾਂ ਰੀਜਨਸ ਡੈਵਲਪ ਨਹੀਂ ਹੈ, ਜਿੱਥੇ ਡੈਵਲਪਮੈਂਟ ਦੀ ਲੋੜ ਹੈ ਉੱਥੇ ਸਰਕਾਰ ਕੀ ਕਰ ਦਿੰਦੀ ਹੈ ਸਪੈਸ਼ਲ ਇਕਨੋਮਿਕ ਜ਼ੋਨ ਕ੍ਰੀਏਟ ਕਰ ਦਿੰਦੀ ਹੈ। ਸਪੈਸ਼ਲ ਇਕਨੋਮਿਕ ਜ਼ੋਨ ਉਹ ਹੁੰਦੇ ਆ ਜਿੱਥੇ ਬੜੀ ਸਾਰੀ ਟੈਕਸ ਹੌਲੀਡੇਜ਼ ਦਿੱਤੀ ਜਾਂਦੀ ਹੈ, ਟੈਕਸ ਦੀ ਛੂਟ ਦਿੱਤੀ ਜਾਂਦੀ ਹੈ। ਸੋ ਸਪੈਸ਼ਲ ਇਕਨੋਮਿਕ ਜ਼ੋਨ ਜੇ ਤੁਸੀਂ ਲੁਧਿਆਣੇ ਦੀ ਗੱਲ ਸੁਣੋ, ਲੁਧਿਆਣੇ ਦੇ ਵਿੱਚ ਸਪੈਸ਼ਲ ਇਕਨੋਮਿਕ ਜ਼ੋਨ ਕਿੱਥੇ ਬਣ ਰਿਹਾ, ਧਨਾਂਸੂ ਪਿੰਡ ਦੇ ਵਿੱਚ ਬਣ ਰਿਹਾ ਹੁਣੇ ਰੀਸੈਂਟਲੀ, ਕਿ ਉਹ ਸਪੈਸ਼ਲ ਇਕਨੋਮਿਕ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ। ਆਉਣ ਵਾਲੇ ਸਾਲਾਂ ਦੇ ਵਿੱਚ ਉੱਥੇ ਇੰਡਸਟਰੀਅਲ ਸੈਟਅਪਸ ਹੋਣਗੇ ਜਿਨ੍ਹਾਂ ਨੂੰ ਕਾਫੀ ਛੂਟ ਮਿਲੇਗੀ। ਸੋ ਬੇਸਿਕਲੀ ਗਵਰਨਮੈਂਟ ਥਰੂ ਗਵਰਨਮੈਂਟ ਬਜਟ tends to achieve the target of balanced regional growth by establishment of special economic zones in the backward region। ਸਰਕਾਰ special economic zone create ਕਰ ਦਿੰਦੀ ਹੈ। ਮੀਨਸ ਸਪੈਸ਼ਲਿਟੀ ਉੱਥੇ ਹੁੰਦੀ ਹੈ ਕਿ ਟੈਕਸਾਂ 'ਚ ਬੜੀ ਛੂਟ ਹੁੰਦੀ ਹੈ। ਕਈ ਏਰੀਆਜ਼ ਸਪੈਸ਼ਲ ਜਿਹੜੇ ਬੈਕਵਰਡ ਏਰੀਆਜ਼ ਹੈ ਜਿਨ੍ਹਾਂ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਕ੍ਰੀਏਟ ਕਰ ਦਿੱਤਾ ਜਾਏ ਨਾ, ਮੀਨਸ ਪ੍ਰਾਈਵੇਟ ਲੋਕ ਜਿਨ੍ਹਾਂ ਕੋਲ ਪੈਸਾ ਬਹੁਤ ਆ ਉੱਥੇ ਇਨਵੈਸਟ ਕਰਨਗੇ, ਫੈਕਟਰੀਆਂ ਖੋਲ੍ਹਣਗੇ ਕਿਉਂਕਿ ਉਹਨਾਂ ਨੂੰ ਮੋਟੀਵੇਸ਼ਨ ਮਿਲ ਰਹੀ ਹੈ ਟੈਕਸ ਦੇ ਵਿੱਚ ਛੂਟ ਦੀ। ਅਗਲਾ ਪੁਆਇੰਟ ਹੈ ਸਾਡਾ ਗਵਰਨਮੈਂਟ ਬਜਟ ਦਾ ਆਬਜੈਕਟਿਵ। ਮੀਨਸ ਤੁਸੀਂ ਸਾਰੇ ਲਿਖਣੇ ਆ ਪੁਆਇੰਟਸ ਦੀ ਐਕਸਪਲੇਨੇਸ਼ਨ, ਮੈਂ ਤੁਹਾਨੂੰ ਸਾਰੀ ਨਾਲ ਦੱਸੀ ਵੀ ਹੈ। ਦ ਆਬਜੈਕਟਿਵ ਆਫ ਬੈਲੈਂਸਡ ਰੀਜਨਲ ਗਰੋਥ ਇਜ਼ ਅਚੀਵਡ ਬਾਏ ਦ ਗਵਰਨਮੈਂਟ ਆਫ ਕੰਟਰੀ ਬਾਏ ਐਸਟੈਬਲਿਸ਼ਿੰਗ ਸਪੈਸ਼ਲ ਇਕਨੋਮਿਕ ਜ਼ੋਨਸ ਇਨ ਦ ਬੈਕਵਰਡ ਰੀਜਨ। ਹੁਣ ਉਸ ਤੋਂ ਅਗਲਾ ਪੁਆਇੰਟ ਹੈ ਸਾਡੇ ਕੋਲ ਇੰਪਲੋਇਮੈਂਟ ਅਪੋਰਚੁਨਿਟੀਜ਼। ਸਰਕਾਰ ਇੰਪਲੋਇਮੈਂਟ ਅਪੋਰਚੁਨਿਟੀਜ਼ ਪ੍ਰੋਵਾਈਡ ਕਰ ਰਹੀ ਹੈ। ਮੀਨਸ ਬੇਸਿਕਲੀ ਮਨਰੇਗਾ ਸਕੀਮ ਗਵਰਨਮੈਂਟ ਬਜਟ ਹੀ ਲੈ ਕੇ ਆਈ। ਮੀਨਸ ਸਰਕਾਰ ਦੇ ਗਵਰਨਮੈਂਟ ਬਜਟ ਦਾ ਕੀ ਮਕਸਦ ਕੀ ਹੁੰਦਾ ਕਿ ਦੇਸ਼ ਦੇ ਵਿੱਚ ਇੰਪਲੋਇਮੈਂਟ ਕ੍ਰੀਏਟ ਹੋਏ। ਠੀਕ ਹੈ ਜੀ। ਬਜਟ ਮੀਨਸ ਜਿੱਦਾਂ ਉਹਨਾਂ ਦੀ ਐਗਜ਼ਾਮਪਲ ਕੀ ਹੈ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ, ਇਹ ਗਵਰਨਮੈਂਟ ਬਜਟ ਦੇ ਥਰੂ ਹੀ ਪਾਸ ਹੋਇਆ। ਠੀਕ ਹੈ ਜੀ। ਸੋ ਇਹ ਗਰੰਟੀ ਪ੍ਰੋਵਾਈਡ ਕਰਦਾ ਕਿ 100 ਡੇਜ਼ ਦਾ ਕੰਮ ਮਿਲੇਗਾ ਹੀ ਮਿਲੇਗਾ ਟੂ ਦਾ ਪੂਅਰਰ ਸੈਕਸ਼ਨ ਆਫ ਦਾ ਸੋਸਾਇਟੀ। ਸੋ ਇੰਪਲੋਇਮੈਂਟ ਅਪੋਰਚੁਨਿਟੀ ਵੀ ਕੀ ਹੈ ਗਵਰਨਮੈਂਟ ਆਬਜੈਕਟਿਵ, ਗਵਰਨਮੈਂਟ ਬਜਟ ਦਾ ਆਬਜੈਕਟਿਵ ਹੈ। ਸੋ 6th ਪੁਆਇੰਟ ਇਕਨੋਮਿਕ ਸਟੇਬਿਲਿਟੀ। ਸੋ ਇਕਨੋਮਿਕ ਸਟੇਬਿਲਿਟੀ ਦੇ ਵਿੱਚ ਕੀ ਹੈ ਕਿ ਹਰ ਗਵਰਨਮੈਂਟ ਬਜਟ ਦਾ ਮਕਸਦ ਹੁੰਦਾ ਕਿ ਇਕੋਨਮੀ ਰਿਕਵਰੀ ਟ੍ਰੇਡ ਸਾਈਕਲ 'ਚੋਂ ਨਾ ਨਿਕਲੇ। ਮੀਨਸ ਟ੍ਰੇਡ ਸਾਈਕਲ ਕੀ ਹੈ, ਬੂਮ, ਰਿਸੈਸ਼ਨ, ਡਿਪਰੈਸ਼ਨ, ਰਿਕਵਰੀ, ਇੱਦਾਂ ਨਾ। ਮੀਨਸ ਬੂਮ, ਰਿਸੈਸ਼ਨ, ਡਿਪਰੈਸ਼ਨ, ਰਿਕਵਰੀ, ਇਹ ਟ੍ਰੇਡ ਸਾਈਕਲ ਤੋਂ ਆਪਾਂ ਨੂੰ ਬਚਾ ਰੱਖਣਾ। ਮੀਨਸ ਹਰ ਗਵਰਨਮੈਂਟ ਬਜਟ ਦਾ ਹੁੰਦਾ ਕਿ ਕਦੀ ਜੇ ਪੂਰੇ ਵਰਲਡ ਲੈਵਲ 'ਤੇ ਰਿਸੈਸ਼ਨ ਚੱਲ ਰਹੀ ਹੈ ਤਾਂ ਆਪਣੇ ਦੇਸ਼ ਦੇ ਵਿੱਚ ਉਸ ਚੀਜ਼ ਦਾ ਪ੍ਰਭਾਵ ਨਾ ਪਵੇ। ਮੀਨਸ ਗਵਰਨਮੈਂਟ ਬਜਟ ਦਾ ਮਕਸਦ ਇਹ ਹੁੰਦਾ ਟੂ ਸੇਵ ਦਾ ਇਕੋਨਮੀ ਫਰੋਮ ਦਾ ਬਿਜ਼ਨਸ ਟ੍ਰੇਡ ਸਾਈਕਲ। ਟ੍ਰੇਡ ਸਾਈਕਲਸ ਕੀ ਆਉਂਦਾ, ਬੂਮ, ਰਿਸੈਸ਼ਨ, ਡਿਪਰੈਸ਼ਨ, ਰਿਕਵਰੀ। ਸੋ ਇਹਨਾਂ ਨੂੰ ਤੁਸੀਂ ਲਿਖਣਾ ਕਿੱਦਾਂ, ਫ੍ਰੀ ਪਲੇ। ਦੇਖੋ ਬੇਸਿਕਲੀ ਇਹ ਆਉਂਦਾ ਕਦੋਂ ਹੈ, ਜਦੋਂ ਫ੍ਰੀ ਪਲੇ ਆਫ ਮਾਰਕੀਟ ਫੋਰਸਿਸ ਹੋਏ। ਮੀਨਸ ਰਿਸੈਸ਼ਨ, ਡਿਪਰੈਸ਼ਨ, ਰਿਕਵਰੀ, ਬੂਮ, ਇਹ ਵਾਲੇ ਸਾਈਕਲ ਉਦੋਂ ਆਉਂਦੇ ਆ ਜਦੋਂ ਸਰਕਾਰ ਦਾ ਕੰਟਰੋਲ ਨਾ ਹੋਏ ਅਤੇ ਸਾਰਾ ਕੁਝ ਡਿਮਾਂਡ ਅਤੇ ਸਪਲਾਈ ਦੇ ਹਵਾਲੇ ਛੱਡ ਦਿੱਤਾ ਜਾਏ। ਹੁਣ ਤੁਸੀਂ ਇਹਨੂੰ ਲਿਖਣਾ ਕਿੱਦਾਂ, ਫ੍ਰੀ ਪਲੇ ਆਫ ਮਾਰਕੀਟ ਫੋਰਸਿਸ tends to create business cycle. Business cycle implies the situation of boom, recession, depression, recovery. Means a turn by turn आते रहते हैं। So free play of लिखना कितना, free play of market forces creates business cycle. So the objective of government budget is to save the economy from the
from these, to save the economies from these business cycle in order to bring economic stability in the country. सो बेसिकली सरकार चाहती एक स्टेबल होए, मीनस कभी ये नहीं कि असी रिसैशन चले गए, कभी डिप्रैशन चले गए, कभी रिकवरी चले गए, कभी असी बूम चले गए, नहीं, मीनस असी स्टेबल ही रहिए, मीनस असी बार बार ये साइकिल दे विच ना आइए. सो फ्री प्ले ऑफ मार्केट फोर्सेस आर बाउंड टू जनरेट ट्रेड साइकिल. इन्होंने ट्रेड साइकिल्स ਨੂੰ बिजनेस साइकिल भी कहा जाता है. दीज रेफर टू द फेसेस ऑफ रिसैशन, डिप्रैशन, रिकवरी एंड बूम. The government of countries committed to save the economy from business cycle. Means गवर्नमेंट ਉਹ ਸਕਸੈਸਫੁਲ ਹੈ ਜਿਹੜੀ ਕਿਸੇ ਕੰਟਰੀ ਨੂੰ ਇੰਨਾ ਟ੍ਰੇਡ ਸਾਈਕਲ ਤੋਂ ਬਚਾ ਲੈਂਦੀ ਹੈ. ਫ੍ਰੀ ਹੁਣ ਇਹਨੂੰ ਲਿਖਣਾ ਦੁਬਾਰਾ ਤੋਂ ਮੈਂ ਦੱਸ ਰਿਹਾ. ਫ੍ਰੀ ਪਲੇ ਆਫ ਮਾਰਕੀਟ ਫੋਰਸਿਸ always create business cycle or trade cycle. Business cycle implies the phase of recession, depression, recovery and boom. Government is always committed to save the economy from these trade cycles through government budget. So with this I have covered the topic objectives of government budget. So objectives of government budget हमारे 6 हैं, आप इनको अपने दिमाग में बिठा के रखना. That's it.